तो अगला सवाल ਜਿਹੜਾ ਸਾਧ ਸੰਗਤ ਜੀ ਉਹ ਜਸਵੀਰ ਸਿੰਘ USA ਤੋਂ ਪੁੱਛਦੇ ਨੇ ਕਿ ਜਿਹੜੇ ਮਨੁੱਖ ਵਾਹਿਗੁਰੂ ਜੀ ਅਨੁਸਾਰ ਇਮਾਨਦਾਰੀ ਦਾ ਜੀਵਨ ਜਿਉਂਦੇ ਨੇ ਉਹਨਾਂ ਨੂੰ ਪਾਪ ਪੁੰਨ ਦਾ ਅਨੁਭਵ ਕਿਵੇਂ ਹੋਏਗਾ। तो ये भी जरा विषय जड़ा है ये बड़ा फिलोसफिकल विषय इसलिए मैं बेनती कर रहा भी MP सिंह जी ਨੂੰ कि ਇਹਦੇ ਬਾਰੇ ਚਾਨਣਾ ਪਾਉਣ ਕਿ ਜਿਹੜੇ ਮਨੁੱਖ ਵਾਹਿਗੁਰੂ ਅਨੁਸਾਰੀ ਇਮਾਨਦਾਰੀ ਦਾ ਜੀਵਨ ਜਿਉਂਦੇ ਭਲਾ ਉਹਨਾਂ ਨੂੰ ਪੁੰਨ ਪਾਪ ਦਾ ਅਨੁਭਵ ਹੁੰਦਾ ਹੈ ਜਾਂ ਕਿਸ ਤਰ੍ਹਾਂ ਹੁੰਦਾ ਹੈ, ਕੀ ਹੁੰਦਾ। ਹਾਂਜੀ MP ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਪ ਤੇ ਪੁੰਨ ਦਾ ਵਿਸ਼ਾ ਵੈਸੇ ਆਪਣੇ ਆਪ ਵਿੱਚ ਕਾਫੀ डिटेल मंगता है, क्योंकि संक्षेप में ज़्यादा निर्णय करना ज़्यादा आसान तो नहीं है, पर थोड़े समय च जिन्नी को गल स्पष्ट हो सके करने की कोशिश करेंगे। गुरबाणी के अंदर एक पंक्ति आती है, सिमृत शास्त्र पुन पाप विचार दे तत्तै सार न जानी। गुरु अमरदास पातशाह की ये बाणी है, रामकली राग आनंद दी, जो आनंद साहब की संपूर्ण बाणी है 40 पौड़ियां वाले जो आनंद साहब है ਉਹਦੇ अंदर एक पंक्ति आती है, सिमरत शास्त्र पुन पाप विचार दे तत्तै सार न जानी। तत्तै सार न जानी गुरु बाचा तत्तै सार न जानी, ते गुनी संसार परम सुता सुत्या रहन मिहानी। तो गुरु साहब फरमा रहे हैं कि भाई ये पाप पुन दी विचार बड़े समयां तो हुंदी आ रही है। पुरातन ਜਿਹੜੇ सनातन मत ਦੇ ਧਾਰਮਿਕ ਗ੍ਰੰਥ ਨੇ ਉਹ ਵੀ ਇਹਨਾਂ ਦੀ ਵਿਚਾਰ ਦੇ ਵਿੱਚ ਉਲਝੇ ਰਹੇ ਹਨ, ਪਰ ਤੱਤ ਦੇ ਵਾਲੇ ਪਾਸੇ ਉਹਨਾਂ ਦਾ ਧਿਆਨ ਘਟ ਗਿਆ ਹੈ। ਉਹ ਤੱਤ ਗੁਰੂ ਸਾਹਿਬ ਦੇ ਅਨੁਸਾਰ ਕੀ ਹੈ, ਉਹ ਗੁਰਬਾਣੀ ਚ ਅਨੇਕਾਂ ਸ਼ਬਦਾਂ ਵਿੱਚ ਅਨੇਕਾਂ ਪੰਕਤੀਆਂ ਦੇ ਵਿੱਚ ਬਾਰ-ਬਾਰ ਇਹ ਗੱਲ ਦ੍ਰਿੜ ਕਰਵਾਈ ਗਈ ਹੈ ਕਿ ਮਨੁੱਖਾ ਜੀਵਨ ਦਾ ਮੁੱਖ ਮਕਸਦ ਹੈ ਜੀਵ ਆਤਮਾ ਦਾ ਪਰਮਾਤਮਾ ਦੇ ਨਾਲ ਅਭੇਦ ਹੋਣਾ, ਔਰ ਉਸ ਦਾ ਢੰਗ ਹੈ ਉਹਦੀ ਸਿਫਤ ਸਲਾਹ ਵਿੱਚ ਜੁੜਨਾ, ਉਹਦੀ ਵਡਿਆਈਆਂ ਦੇ ਨਾਲ ਜੁੜਨਾ। ਉਹ ਹੋ ਸਕਦਾ ਹੈ ਮੁਮਕਿਨ ਗੁਰੂ ਦੀ ਸਿੱਖਿਆ ਦੇ ਰਾਹੀਂ, ਗੁਰੂ ਦੀ ਗਾਈਡੈਂਸ ਦੇ ਅਧੀਨ ਸਤਸੰਗਤ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜਨਾ, ਉਹਦੇ ਨਾਮ ਨੂੰ ਹਿਰਦੇ 'ਚ ਵਸਾਉਣਾ, ਇਹੀ ਤੱਤ ਦੀ ਗੱਲ ਹੈ। ਉਹ ਬਾਕੀ ਲੇਕਿਨ ਪਾਪ ਪੁੰਨ ਦਾ ਜਿਹੜਾ ਫਲਸਫਾ ਹੈ ਇਹ ਪੁਰਾਤਨ ਗ੍ਰੰਥਾਂ ਤੋਂ ਪ੍ਰਚਲਿਤ ਹੁੰਦਾ ਹੋਇਆ ਆਇਆ। ਭਾਰਤੀ ਸਮਾਜ ਦੇ ਵਿੱਚ ਉਸਨੇ ਆਪਣੀਆਂ ਬਹੁਤ ਡੂੰਘੀਆਂ ਜੜ੍ਹਾਂ ਬਣਾ ਲਈਆਂ, ਔਰ ਸਾਡੇ ਆਂਢ ਗੁਆਂਢ ਜੋ ਸਾਰੀਆਂ ਗੱਲਾਂ ਪ੍ਰਚਲਿਤ ਹੋਣ, ਕੁਦਰਤੀ ਗੱਲ ਹੈ ਕਿ ਅਸੀਂ ਉਹਨਾਂ ਦੇ ਪ੍ਰਭਾਵ ਕਬੂਲ ਕਰ ਲੈਂਦੇ ਹਾਂ। तो बचपन तो ही ऐसे सुनना शुरू कर देंगे हैं, यह काम ना करो पाप लगेगा, ये बड़ा पुण्य का काम है। तो लोगों ने पहला तो ही मनौतां फिक्स कर लिया होंदियां हन कि फलाने फलाने काम पाप कर्म हन, फलाने काम पुण्य दे हन। ते हर धर्म दे विच पाप पुण्य दी डेफिनेशनां भी कोई कॉमन नहीं ने, वखरियां ने। फॉर एग्जाम्पल इस्लाम मत दे अंदर बकरीद वाले दिन वो जानवर की कुर्बानी करना, दुंबा कट के पेश करना, उन्होंने बड़ा स्वाब का काम समझते हैं। और जैन मत और वैष्णव जड़े ने वो तो इस गल नूं सुन के ही कंब जाणगे, लै जीव हत्या कर रहे हो, ये तो बहुत बड़ा पाप है। तो हुण इक्को ही कर्म हो रहा है, उन्होंने एक मजहब वाले उन स्वाब समझ रहे हैं, दूजे मजहब वाले उसनूं घोर पाप समझ रहे हैं। फिर जैन मत दे विच भी एक कोई ऐसे फिरके ने जिहड़े ईवन कीड़े मकोड़े की जिहड़े उड्डण वाले मच्छर ने उन्हां दी भी हत्या नूं पाप समझदे ने। तो उन्हां दे बारे भी गुरु नानक पातशाह ने माझ की वार दे विच बड़ी डिटेल दे विच जिक्र कीता है कि भई ओह ते पानी भी पुन के पींदे ने ते विश्ता फरोलदे ने, ऐसे मतलब अजीबो गरीब काम करदे ने अखौती जीव हत्या नूं तो बचण दी खातर। तो ਇਹ इंसान दे मन दे विच ਇਹ विचार ਉਹਦੇ ਮਾਹੌਲ ਦੇ ਅਨੁਸਾਰ ਜੋ ਉਹਨੂੰ ਆਲਾ ਦੁਆਲਾ ਮਿਲਦਾ ਹੈ, ਜੋ ਉਹਨੂੰ ਬਚਪਨ ਤੋਂ ਪ੍ਰਭਾਵ ਮਿਲਦੇ ਨੇ, ਉਹਦੇ ਮੁਤਾਬਕ ਉਹਦੇ ਮਨ 'ਚ ਵਿਚਾਰ ਬਣ ਜਾਂਦੇ ਨੇ ਕਿ ਭਈ ਇਹ ਕੰਮ ਮਾੜੇ ਨੇ, ਇਹ ਕੰਮ ਚੰਗੇ ਨੇ। तो असलियत की है, तत्त की है, ਕਿਹੜਾ ਕੰਮ ਪਾਪ ਹੈ, ਕਿਹੜਾ ਕੰਮ ਪੁੰਨ ਹੈ। तो एक विद्वान ने लिखा है कि जिस कर्म ਵਿੱਚ ਸਭ ਦਾ ਭਲਾ ਹੋਵੇ ਤੇ ਆਪਣਾ ਵੀ ਭਲਾ ਹੋਵੇ, ਆਫ ਕੋਰਸ ਸਭ ਦੇ ਵਿੱਚ ਅਸੀਂ ਵੀ ਇਨਕਲੂਡਡ ਹਾਂ। तो जिस कर्म ਵਿੱਚ ਸਭ ਦਾ ਭਲਾ ਹੋਵੇ ਉਹ ਪੁੰਨ ਤੇ ਨੇਕੀ ਹੈ, ਤੇ ਜਿਸ ਕਰਮ ਤੋਂ ਲੋਕਾਂ ਦਾ ਭਲਾ ਨਹੀਂ ਹੁੰਦਾ ਤੇ ਆਪਣੇ ਆਪ ਨੂੰ ਸ਼ਰਮਿੰਦਗੀ ਹੁੰਦੀ ਹੈ ਉਹ ਪਾਪ ਹੈ। ਇਹ ਵੀ ਕੋਈ ਕੰਪਲੀਟ ਡੈਫੀਨੇਸ਼ਨ ਨਹੀਂ ਹੈ, ਇੱਕ ਪਰ ਥੋੜੀ ਜਿਹੀ ਸੰਖੇਪ ਜਿਹੀ ਡਿਸਕ੍ਰਿਪਸ਼ਨ ਹੈ ਕਿ ਭਈ ਤੁਸੀਂ ਆਪਣੀ ਵਿਵੇਕ ਬੁੱਧੀ ਨੂੰ ਵਰਤ ਕੇ, ਆਪਣੀ ਸੋਚ ਸ਼ਕਤੀ ਨੂੰ ਵਰਤ ਕੇ ਕਿਸੇ ਵੀ ਕਰਮ ਦੇ ਬਾਰੇ ਇਹ ਨਿਰਣਾ ਕਰਨ ਦੀ ਕੋਸ਼ਿਸ਼ ਕਰੋ ਕਿ ਜੇ ਇਹ ਕੰਮ ਅਸੀਂ ਕਰਾਂਗੇ
ਇਸ ਕਰਨ ਦੇ ਨਾਲ ਇਹਦੇ ਵਿੱਚ ਸਭ ਦਾ ਭਲਾ ਹੈ ਕਿ ਨਹੀਂ ਹੈ, ਕਿ ਇਹ ਵਿਨ ਵਿਨ ਸਿਚੁਏਸ਼ਨ ਨੂੰ ਲੀਡ ਕਰੇਗਾ ਕਿ ਜਾਂ ਕਿਸੇ ਦਾ ਨੁਕਸਾਨ ਵੀ ਕਰੇਗਾ, ਕਿਸੇ ਦਾ ਬੁਰਾ ਵੀ ਕਰੇਗਾ। ਅਸੀਂ ਦੁਨੀਆ ਦੇ ਵਿੱਚ ਅਨੇਕਾਂ ਕੰਮ ਐਸੇ ਕਰਦੇ ਹਾਂ ਜਿਹਦੇ 'ਚ ਅਸੀਂ ਆਪਣਾ ਸਵਾਰਥ ਹੁੰਦਾ ਹੈ, ਆਪਣਾ ਭਲਾ ਕਰਨ ਵਾਸਤੇ ਕੰਮ ਕਰਦੇ ਹਾਂ, ਪਰ ਕਈ ਵਾਰੀ ਉਹਨਾਂ ਕੰਮਾਂ ਦੇ ਨਾਲ ਕਿਸੇ ਦੂਜੇ ਦਾ ਨੁਕਸਾਨ ਵੀ ਹੋ ਜਾਂਦਾ ਹੈ। ਤੋ ਉਸ ਵਿਦਵਾਨ ਦੇ ਅਨੁਸਾਰ ਕਿ ਜਿਸ ਕੰਮ ਨਾਲ ਸਭ ਦਾ ਭਲਾ ਹੋਵੇ ਤਾਂ ਉਹ ਪੁੰਨ ਹੈ, ਤੇ ਜਿਸ ਕਰਮ ਤੇ ਲੋਕਾਂ ਦਾ ਭਲਾ ਨਹੀਂ ਹੁੰਦਾ ਤੇ ਆਪਣੇ ਆਪ ਨੂੰ ਵੀ ਸ਼ਰਮਿੰਦਗੀ ਆਉਂਦੀ ਆ, ਬੰਦੇ ਨੂੰ ਆਪ ਹੀ ਅੰਦਰੋਂ ਜ਼ਮੀਰ ਉਹਦੀ ਕੋਸਦੀ ਹੈ ਕਿ ਵੀ ਇਹ ਕੰਮ ਕਰਨ ਲਾਇਕ ਨਹੀਂ ਹੈ। ਤੋ ਐਸੀ ਜ਼ਮੀਰ ਡਿਵੈਲਪ ਵੀ ਹੁੰਦੀ ਹੈ ਕੁਝ ਧਰਮ ਗ੍ਰੰਥਾਂ ਦੇ ਗਿਆਨ ਦੇ ਅਨੁਸਾਰ, ਜਾਂ ਜੋ ਚੰਗੇ ਆਚਰਨ ਅਸੀਂ ਜੋ ਆਪਣੇ ਆਲੇ ਦੁਆਲੇ ਤੋਂ ਸਮਝਦੇ ਹਾਂ, ਆਪਣੀ ਜੋ ਕੌਨਸ਼ੀਅਸ ਹੈ, ਜੋ ਪ੍ਰਮਾਤਮਾ ਵੱਲੋਂ ਜੋ ਸਾਡੇ ਅੰਦਰ ਜੋ ਵਲਵਲੇ ਪੈਦਾ ਹੁੰਦੇ ਹਨ, ਤੇ ਜਾਂ ਜੋ ਅਸੀਂ ਗਿਆਨ ਦੁਨੀਆ 'ਚ ਹਾਸਲ ਕਰਦੇ ਹਾਂ ਤੇ ਵਿਵੇਕ ਬੁੱਧੀ ਦੀ ਵਰਤੋਂ ਕਰਕੇ ਅਸੀਂ ਨਿਰਣਾ ਕਰਦੇ ਹਾਂ ਕਿ ਇਹ ਕੰਮ ਕਰਨ ਲਾਇਕ ਹੈ, ਇਹ ਕੰਮ ਕਰਨ ਲਾਇਕ ਨਹੀਂ ਹੈ। ਪਰ ਹਰ ਕਿਸੇ ਇਨਸਾਨ ਦੀ ਬੁੱਧੀ ਦਾ ਅਤੇ ਉਹਦੇ ਗਿਆਨ ਦਾ ਜੋ ਸਟੈਂਡਰਡ ਹੈ ਉਹ ਸੇਮ ਨਹੀਂ ਹੁੰਦਾ। ਤੋ ਇਸ ਕਰਕੇ ਉਹਦੀ ਵਰਤੋਂ ਜਿਹੜੀ ਹੈ ਉਹ ਵੱਖਰੇ ਵੱਖਰੇ ਹਾਲਾਤਾਂ 'ਚ ਵੱਖੋ ਵੱਖਰੇ ਢੰਗ ਦੀ ਹੋਏਗੀ, ਔਰ ਇੱਕੋ ਹੀ ਸਵਾਲ ਦੇ ਜਵਾਬ ਦੇ ਵਿੱਚ ਵੱਖ-ਵੱਖ ਇਨਸਾਨਾਂ ਦੇ ਵੱਖੋ ਵੱਖਰੇ ਜਵਾਬ ਆ ਸਕਦੇ ਹਨ। ਤੋ ਇਹ ਵੀ ਕੋਈ ਸੰਪੂਰਨ ਢੰਗ ਨਹੀਂ ਹੈ ਡਿਸਾਈਡ ਕਰਨ ਦਾ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਇੱਕ ਫਕੀਰ ਨੇ ਵੀ ਇਸ ਤਰ੍ਹਾਂ ਕਿਹਾ ਹੈ ਕਿ ਜਿਸ ਕਰਮ ਦੇ ਕਰਨ ਨਾਲ ਤੁਹਾਡੀ ਆਤਮਾ ਬਲਵਾਨ ਤੇ ਉਤਸ਼ਾਹਤ ਹੋਵੇ ਉਹ ਪੁੰਨ ਤੇ ਨੇਕੀ ਹੈ, ਜਿਸ ਦੇ ਕਰਨ ਨਾਲ ਮਨ ਕਮਜ਼ੋਰ ਹੋਵੇ ਉਹ ਪਾਪ ਤੇ ਬਦੀ ਹੈ। ਉਹ ਇਹ ਵੀ ਇੱਕ ਥੋੜਾ ਜਿਹਾ ਉਹਦੇ ਬਾਰੇ ਇੱਕ ਇਸ਼ਾਰਾ ਦਿੰਦਾ ਹੈ ਕਿ ਵੀ ਕਿਹੜੇ ਕਰਮ ਪਾਪ ਨੇ, ਕਿਹੜੇ ਕਰਮ ਪੁੰਨ ਨੇ। ਪਰ ਇਹ ਡਿਸੀਜਨ ਕਿਵੇਂ ਲਿਆ ਜਾਵੇ ਕਿ ਆਤਮਾ ਬਲਵਾਨ ਹੋ ਰਹੀ ਹੈ, ਉਤਸ਼ਾਹਤ ਹੋ ਰਹੀ ਹੈ ਕਿ ਨਹੀਂ ਹੋ ਰਹੀ, ਮਨ ਕਮਜ਼ੋਰ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਤੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਥੋੜੀ ਜਿਹੀਆਂ ਹਜੇ ਵੇਗ ਜਿਹੀਆਂ ਹੈਗੀਆਂ। ਹਾਲਾਂਕਿ ਸਾਡੇ ਸਮਾਜ ਦੇ ਅੰਦਰ ਤਾਂ ਜੋ ਲੋਕਾਂ ਦੇ ਵੱਖੋ ਵੱਖਰੇ ਫਿਰਕਿਆਂ 'ਚ ਵੱਖੋ ਵੱਖਰੇ ਮਜ਼ਹਬਾਂ ਦੇ ਅੰਦਰ ਜੋ ਪਾਪਾਂ ਪੁੰਨਾਂ ਦੀ ਲਿਸਟ ਬਣੀ ਹੋਈ ਹੈ, ਉਹ ਵੀ ਆਪੋ ਆਪਣੇ ਮਤ ਦੇ ਅਨੁਸਾਰ ਸਭ ਦੀ ਵੱਖੋ ਵੱਖਰੀ ਹੈ ਤੇ ਇੱਕ ਦੂਜੇ ਨਾਲ ਉਹ ਮੇਲ ਨਹੀਂ ਖਾਂਦੀ। ਗੁਰਮਤਿ ਦੇ ਵਿੱਚ ਪਾਪ ਪੁੰਨ ਕੀ ਹੈ? ਉਹ ਕਰਮ ਜੋ ਸਾਨੂੰ ਪ੍ਰਭੂ ਨਾਲ ਜੋੜਦਾ ਹੈ, ਉਸ ਵਿੱਚ ਲੀਨ ਕਰਦਾ ਹੈ, ਉਹ ਪੁੰਨ ਹੈ, ਤੇ ਜਿਹੜਾ ਕਰਮ ਸਾਨੂੰ ਪ੍ਰਮਾਤਮਾ ਦੇ ਨਾਲੋਂ ਤੋੜਦਾ ਹੈ ਉਹ ਪਾਪ ਹੈ। ਉਹ ਇੰਨਾ ਹੀ ਕੋਈ ਹੀ ਅਗਰ ਜੇ ਅਸੀਂ ਕਸੌਟੀ ਬਣਾ ਲਈਏ ਆਪਣੇ ਜੀਵਨ ਵਿੱਚ ਕਿ ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਆਂ ਜੋ ਸੰਨੀ ਉੱਪਰ ਚੋਰ। ਭਾਵ ਕੀ ਹੈ ਕਿ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ ਤੇ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਹੋਰ ਕਰਮਾਂ ਦੇ ਵਿੱਚ ਖਚਤ ਹਨ, ਚਾਹੇ ਉਹ ਸਿਰਫ ਮਾਇਆ ਕਮਾਉਣ ਦੇ ਹਨ, ਚਾਹੇ ਦੁਨਿਆਵੀ ਪਦਾਰਥ ਇਕੱਠੇ ਕਰਨ ਦੇ ਹਨ, ਤੇ ਚਾਹੇ ਆਪਣੀ ਪ੍ਰਭੂ ਸੱਤਾ ਕਾਇਮ ਕਰਨ ਵਾਸਤੇ ਹੈ। ਉਸ ਜਿਹੜੇ ਵੀ ਕਰਮ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਹਨ, ਉਹ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਐਸੀ ਐਕਟੀਵਿਟੀ, ਐਸੀ ਕਿਰਿਆ ਜ਼ਰੂਰ ਹੋਏਗੀ ਜਿਹੜੀ ਕਿਸੇ ਨਾ ਕਿਸੇ ਇਨਸਾਨੀ ਹਿੱਸੇ ਨੂੰ ਨੁਕਸਾਨ ਪਹੁੰਚਾਏਗੀ, ਕਿਸੇ ਨੂੰ ਦੁੱਖ ਪਹੁੰਚਾਏਗੀ, ਕਿਸੇ ਦਾ ਬੁਰਾ ਕਰਵਾਏਗੀ, ਕਿਉਂਕਿ ਉਹ ਕਰਮ ਵਿਕਾਰਾਂ ਦੇ ਅਧੀਨ ਹੋਏਗਾ। ਤੋ ਜਿਹੜੇ ਹੋਰ ਕਰਮ ਨੇ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਉਹ ਕਰਨ ਦੇ ਕਰਕੇ ਫਿਰ ਉਸ ਫਲ ਤੇ ਉਹਦਾ ਭੁਗਤਣਾ ਹੀ ਪੈਣਾ, ਕਿਉਂਕਿ ਇਹ ਤਾਂ ਅਟਲ ਸਿਧਾਂਤ ਗੁਰਬਾਣੀ ਵਿੱਚ ਦ੍ਰਿੜ ਕਰਵਾਇਆ ਹੀ ਹੈ ਕਿ ਆਪੇ ਬੀਜ ਆਪੇ ਹੀ ਖਾਓ। ਤੋ ਇਸ ਕਰਕੇ ਇਹ ਇਸ ਸਿਧਾਂਤ ਤੋਂ ਤਾਂ ਬਚਿਆ ਨਹੀਂ ਜਾ ਸਕਦਾ। ਜੋ ਕੋਈ ਕਰਮ ਕਰਦਾ ਹੈ ਉਹਦਾ ਫਲ ਉਹਨੂੰ ਭੁਗਤਣਾ ਹੀ ਪੈਂਦਾ ਹੈ। ਕਾਜ਼ ਐਂਡ ਇਫੈਕਟ ਜਿਹੜਾ ਪ੍ਰਿੰਸੀਪਲ ਹੈ ਉਹ ਤਾਂ ਲਾਗੂ ਹੈ ਹੀ ਹੈ। ਪਰ ਇਹਦੇ ਨਿਰਣਾ ਕਰਨ ਵਾਸਤੇ ਕਿ ਕਿਹੜਾ ਕੰਮ ਕਰਨ ਲਾਇਕ ਹੈ ਤੇ ਕਿਹੜਾ ਕੰਮ ਕਰਨ ਲਾਇਕ ਨਹੀਂ ਹੈ, ਤੋ ਜਿਹੜਾ ਕਰਮ ਸਾਨੂੰ ਪ੍ਰਭੂ ਪਰਮਾਤਮਾ ਦੇ ਨੇੜੇ ਕਰਦਾ ਹੈ, ਉਹਦੀ ਯਾਦ ਦੇ ਨਾਲ ਜੋੜਦਾ ਹੈ, ਉਹ ਕਰਨ ਲਾਇਕ ਹੈ, ਉਹ ਪੁੰਨ ਹੈ, ਤੇ ਜਿਹੜਾ ਕਰਮ ਪਰਮਾਤਮਾ ਦੀ ਯਾਦ ਤੋਂ ਸਾਨੂੰ ਤੋੜਦਾ ਹੈ ਉਹ ਪਾਪ ਹੈ। ਪਰ ਇੱਕ ਕਸੌਟੀ ਅਸੀਂ ਹੋਰ ਵਰਤ ਸਕਦੇ ਹਾਂ ਕਿ ਜੇ ਕੋਈ ਕੰਮ ਅਸੀਂ ਆਪਣੇ ਵੱਲੋਂ ਪੁੰਨ ਸਮਝ ਕੇ ਕਰ ਰਹੇ ਹਾਂ ਪਰ ਕਰਦੇ ਹਾਂ ਉਸੇ ਭਾਵਨਾ ਦੇ ਅਧੀਨ, ਜਿਸ ਭਾਵਨਾ ਦੇ ਅਧੀਨ ਅਸੀਂ ਆਮ ਤੌਰ ਤੇ ਪਾਪ ਕਰਮ ਕਰਦੇ ਹਾਂ, ਤਾਂ ਉਹ ਪੁੰਨ ਵੀ ਪਾਪ ਵਰਗਾ ਹੀ ਹੈ। ਆਮ ਤੌਰ ਤੇ ਸਾਡੇ ਜਿਹੜੇ ਪਾਪ ਕਰਮ, ਮਾੜੇ ਕਰਮ ਹੁੰਦੇ ਨੇ, ਉਹ ਹਉਮੈ ਦੇ, ਹੰਕਾਰ ਦੇ ਅਧੀਨ ਹੁੰਦੇ ਨੇ, ਲੋਭ ਦੇ ਅਧੀਨ ਹੁੰਦੇ ਨੇ, ਵਿਸ਼ੇ ਵਿਕਾਰਾਂ ਦੇ ਹੋਰਾਂ ਦੇ ਅਧੀਨ ਹੁੰਦੇ ਨੇ। ਤੇ ਜੇ ਅਸੀਂ ਕੋਈ ਪੁੰਨ ਕਰਮ, ਭਾਵੇਂ ਜੋ ਦਾਨ ਦੇ ਰਹੇ ਹਾਂ, ਭਾਵੇਂ ਕਿਸੇ ਹੋਰ ਨੂੰ ਕੁਝ ਉਹਦੇ ਵਾਸਤੇ ਕੁਝ ਚੰਗੇ ਲਫ਼ਜ਼ ਬੋਲ ਰਹੇ ਹਾਂ, ਕਿਸੇ ਦੀ ਸਿਫਤ ਸਲਾਹ ਕਰ ਰਹੇ ਹਾਂ, ਕਿਸੇ ਇਨਸਾਨ ਦੀ ਉਹਦੀ ਵਡਿਆਈ ਕਰ ਰਹੇ ਹਾਂ, ਉਹ ਕਰਮ ਵੀ ਵਿਕਾਰਾਂ ਦੇ ਅਧੀਨ ਹੋ ਕੇ, ਹੰਕਾਰ ਦੇ ਅਧੀਨ ਹੋ ਕੇ ਜਾਂ ਲਾਲਚ ਦੇ ਅਧੀਨ ਹੋ ਕੇ ਕਰਦੇ ਹਾਂ, ਤਾਂ ਉਹ ਕੀਤੇ ਹੋਏ ਚੰਗੇ ਕਰਮ ਵੀ ਪਾਪ ਸਮਾਨ ਹੀ ਹਨ। ਇਸੇ ਲਈ ਬਾਣੀ 'ਚ ਪੰਕਤੀ ਆਉਂਦੀ ਹੈ, ਪਾਪ ਪੁੰਨ ਦੋਏ ਏਕ ਸਮਾਨ ਨਿਜ ਕਰ ਪਾਰਸ
ਤਜੋ ਗੁਣ ਆਨ। ਉਹ ਜੇ ਪਾਪ ਕਰਨ ਦੇ ਪਿੱਛੇ ਜਿਹੜੇ ਵਿਕਾਰ ਨੇ, ਉਹੀ ਵਿਕਾਰ ਪੁੰਨ ਦੀ ਕਿਰਿਆ ਦੇ ਅੱਗੇ ਦੇ ਪਿੱਛੇ ਵੀ ਉਹੀ ਭਾਵਨਾ ਕੰਮ ਕਰ ਰਹੀ ਹੋਵੇ, ਤਾਂ ਉਸ ਪੁੰਨ ਔਰ ਪਾਪ ਵਿੱਚ ਕੋਈ ਫਰਕ ਨਹੀਂ ਹੈ। ਤਾਂ ਸਭ ਅੰਤ ਵਿੱਚ ਕਨਕਲੂਜਨ ਵਿੱਚ ਗੱਲ ਇਹੀ ਜਿਹੜੀ ਹੈ, ਜਿਹਦੇ ਤੇ ਜ਼ੋਰ ਦੇਣਾ ਬੰਦਾ, ਜਿਹਦੇ ਤੇ ਧਿਆਨ ਰੱਖਣਾ ਬੰਦਾ ਹੈ ਕਿ ਜੋ ਕਿਰਿਆ ਹੈ, ਜੋ ਕਰਮ ਹੈ, ਉਹ ਇੰਪੋਰਟੈਂਟ ਨਹੀਂ ਹੈ। ਉਹਦੇ ਪਿੱਛੇ ਜੋ ਭਾਵਨਾ ਹੈ ਉਹ ਇੰਪੋਰਟੈਂਟ ਹੈ। ਜਿਸ ਵਜ੍ਹਾ ਦੇ ਨਾਲ, ਜਿਸ ਇੱਛਾ ਦੇ ਨਾਲ, ਜਿਸ ਭਾਵਨਾ ਦੇ ਅਧੀਨ ਕੋਈ ਕੰਮ ਕੀਤਾ ਜਾ ਰਿਹਾ ਹੈ, ਅਗਰ ਜੇ ਉਹ ਭਾਵਨਾ ਦੇ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਹੈ, ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਦੀ ਭਾਵਨਾ ਹੈ, ਤਾਂ ਉਹ ਕਰਮ ਪੁੰਨ ਹੈ। ਜੇ ਉਹਦੇ ਅੰਦਰ ਆਪਣੀ ਹਉਮੈ ਦਾ ਕੋਈ ਪ੍ਰਗਟਾਵਾ ਹੈ, ਹਉਮੈ ਦੇ ਅਧੀਨ ਹੈ, ਤਾਂ ਫਿਰ ਉਹ ਕਰਮ ਪਾਪ ਹੈ। ਉਹ ਇਤਨੇ ਹੀ ਬਚਨ ਪ੍ਰਵਾਨ ਕਰਨਾ ਜੀ। ਬਾਕੀ ਇਹ ਵਿਸ਼ਾ ਐਸਾ ਹੈ ਜਿਹਨੂੰ ਬਹੁਤ ਜ਼ਿਆਦਾ ਸਮਾਂ ਔਰ ਬਹੁਤ ਡਿਟੇਲ ਵਿੱਚ ਇਹਦੀ ਪੁੰਛਾਣ ਕਰਨੀ ਬਣਦੀ ਹੈ, ਪਰ ਜਿਤਨਾ ਕੋਈ ਇਸ ਪਰ ਹੋ ਸਕਿਆ ਹੈ ਉਤਨੇ ਹੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਆਪ ਜੀ ਨੇ, ਕਿਉਂਕਿ ਵਿਸ਼ਾ ਬੜਾ ਵਾਕਈ ਜਿਹੜਾ ਇਹ ਬੜਾ ਕੰਪਲੈਕਸ ਵੀ ਹੈ ਤੇ ਲੰਬਾ ਵੀ, ਪਰ ਤੁਸੀਂ ਸ਼ਾਰਟ ਲਫ਼ਜ਼ਾਂ ਵਿੱਚ ਸਾਨੂੰ ਦੱਸਿਆ। ਔਰ ਮੈਂ ਉਮੀਦ ਕਰਦਾ ਕਿ ਜਿਨ੍ਹਾਂ ਨੇ ਇਹ ਸਵਾਲ ਭੇਜਿਆ, ਜਸਵੀਰ ਸਿੰਘ ਜੀ ਨੇ, ਉਹਨਾਂ ਨੇ ਉਹ ਸੰਗਤ 'ਚ ਹਾਜ਼ਰ ਨੇ, ਉਹਨਾਂ ਨੇ ਵੀ ਸੁਣ ਲਿਆ, ਬਾਕੀ ਸੰਗਤ ਨੂੰ ਸੁਣਿਆ। ਤਾਂ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਸਾਹਿਬ ਜੀ ਨੇ ਤਾਂ ਬੜਾ ਸੌਖੇ ਲਫ਼ਜ਼ਾਂ 'ਚ ਸਾਨੂੰ ਸਮਝਾਤਾ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਗੱਲ ਤੇ ਇਹ ਹੈ ਕਿ ਮੋਟੀ ਗੱਲ ਇਹ ਹੈ ਕਿ ਅਸੀਂ ਨਿਰਮਲ ਕਰਮ ਕਰਨੇ। ਜੀਵਨ ਵਧੀਆ ਉਹੀ ਹੈ ਜਿਹਦੇ 'ਚ ਕਰਮ ਨਿਰਮਲ ਹੋ। ਨਿਰਮਲ ਦਾ ਮਤਲਬ ਜੀ ਨਿਰਮਲ ਹੈ, ਚਾਹੇ ਉਹ ਮਲ ਹਉਮੈ ਦੀ ਹੋਵੇ ਜਾਂ ਠੱਗੀ ਦੀ ਹੋਵੇ ਜਾਂ ਝੂਠ ਦੀ ਹੋਵੇ, ਕੋਈ ਵੀ ਹੋ। ਤਾਂ ਸਤਿਗੁਰੂ ਕਿਰਪਾ ਕਰਨ, ਅਸੀਂ ਬਾਣੀ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਤੇ ਉਹਦਾ ਸਾਡੇ ਮਨ ਤੇ ਅਸਰ ਹੋਵੇ, ਸਾਡੇ ਕਰਮ ਨਿਰਮਲ ਹੋਣ, ਤਾਂ ਹੀ ਸਾਡਾ ਮਨੁੱਖਾ ਜਨਮ ਸਫਲਾ ਹੋ ਸਕਦਾ ਹੈ। ਵਰਨਾ ਅਸੀਂ ਇਸ ਧਰਤੀ ਤੇ ਭਾਰ ਹਾਂ। ਸਤਿਗੁਰੂ ਜੀ ਕਿਰਪਾ ਕਰੋ ਕਿ ਜੋ ਬਾਣੀ ਆਪ ਜੀ ਸਾਨੂੰ ਰੋਜ਼ ਬਖਸ਼ਿਸ਼ ਕਰਦੇ ਹੋ, ਉਹਦੇ ਭਾਵ ਅਨੁਸਾਰ ਅਸੀਂ ਆਪਣਾ ਜੀਵਨ ਜੀਏ, ਤੇ ਆਪਣੇ ਆਪ ਸਾਡਾ ਮਨ ਜਿਹੜਾ ਹੈ ਉਹ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਅਵਸਥਾ ਸਰੀ ਬਣ ਸਕਦੀ। ਤਾਂ ਸਤ ਸੰਗਤ ਜੀ, ਸਵਾਲ ਸਾਡੇ ਕੋਲ ਹੋਰ ਵੀ, ਮੈਂ ਜਿਨ੍ਹਾਂ ਦੇ ਸਵਾਲ ਰਹਿ ਗਏ, 2 ਸਵਾਲ ਰਹਿ ਗਏ ਨੇ, ਮੈਂ ਉਹਨਾਂ ਪਾਸੋਂ ਖਿਮਾ ਮੰਗਦਾ, ਕਿਉਂਕਿ 9:28 ਹੋ ਗਏ ਤੇ ਜੇ ਅਗਲਾ ਸਵਾਲ ਲਵਾਂਗੇ ਤਾਂ ਕੰਮ ਉਹ ਫਿਰ ਲੇਟ ਹੋ ਜਾਂਦਾ ਹੈ। ਹਰ ਇੱਕ ਨੇ ਆਪੋ ਆਪਣੇ ਕੰਮਕਾਰ ਦਾ ਅਗਲਾ ਕੋਈ ਸੋਚਿਆ ਹੁੰਦਾ। ਤਾਂ ਇੱਥੇ ਹੀ ਅਸੀਂ ਅੱਜ ਦੇ ਇਸ ਸੈਸ਼ਨ ਦੀ ਸਮਾਪਤੀ ਕਰਦੇ ਹਾਂ। ਮੇਰੇ ਪੈਨਲ ਮੈਂਬਰਾਂ ਜਿਹੜੇ ਭੈਣ ਭਰਾ ਨੇ, ਉਹਨਾਂ ਨੇ ਮਿਹਨਤ ਕਰਕੇ ਆਪਣੇ ਦੇ ਸਾਹਮਣੇ ਆਪ ਜੀ ਦੇ ਸਵਾਲਾਂ ਦਾ ਜਵਾਬ ਦਿੱਤਾ। ਫਿਰ ਵੀ ਕਈ ਤਰ੍ਹਾਂ ਦੀਆਂ ਕਮੀਆਂ ਰਹਿ ਗਈਆਂ ਨੇ, ਉਹਨਾਂ ਲਈ ਮੈਂ ਆਪ ਜੀ ਪਾਸੋਂ ਖਿਮਾ ਮੰਗਦਾ। ਔਰ ਮੈਂ ਬੇਨਤੀ ਕਰਾਂਗਾ ਕਿ ਕੁਝ ਇੱਕ ਸੱਜਣਾ ਵੱਲੋਂ ਤਾਂ ਸਵਾਲ ਆਉਂਦੇ ਨੇ ਬਾਰ-ਬਾਰ। ਮੇਰੀ ਇੱਛਾ ਹੈ ਕਿ ਸਾਰੇ ਜਿਹੜੇ ਸੰਗਤ ਦੇ ਨਾਲ ਸਾਡੇ ਹਾਜ਼ਰੀਨ ਨੇ, ਉਹ ਸਾਰੇ ਸਵਾਲ ਕਰਿਆ ਕਰਨ, ਤਾਂ ਜੇ ਸਵਾਲਾਂ ਦੀ ਝੜੀ ਲੱਗੀ ਰਹੇ ਤੇ ਅਸੀਂ ਉਹਦੇ 'ਚ ਖੁੱਭੇ ਰਹੀਏ। ਤਾਂ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਸਵਾਲ ਕਦੇ ਨਹੀਂ ਭੇਜਿਆ, ਕਿਰਪਾ ਕਰਕੇ ਉਹ ਵੀ ਮਨ 'ਚ ਕੋਈ ਗੱਲ ਆਉਂਦੀ ਹੋਏਗੀ ਤਾਂ ਇਹ ਸਵਾਲ ਜ਼ਰੂਰ ਕਰੋ। ਤਾਂ ਜੇਕਰ ਕਿਸੇ ਸਵਾਲ 'ਚ ਕੋਈ ਆਪਣਾ ਨਾਮ ਵੀ ਨਹੀਂ ਲਿਖਣਾ ਚਾਹੁੰਦਾ ਤਾਂ ਵੀ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ, ਅਸੀਂ ਨਾਮ ਨਹੀਂ ਬੋਲਣਾ, ਪਰ ਸਵਾਲ ਦਿਓ ਜ਼ਰੂਰ। ਸਿਰਫ ਸਵਾਲ ਹੀ ਨਹੀਂ, ਆਪਣੇ ਸੁਝਾਅ ਵੀ ਦਿਓ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਿਹੜੇ 6 ਦਿਨ ਹਫ਼ਤੇ 'ਚ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਇਹਨਾਂ ਨੂੰ ਕਿਵੇਂ ਇੰਪਰੂਵ ਕਰ ਸਕਦੇ। ਔਰ ਜਿਹੜੀਆਂ ਬੇਨਤੀਆਂ ਬਾਰ-ਬਾਰ ਅਸੀਂ ਹੋਰ ਕਰਦੇ ਰਹਿੰਦੇ ਹਾਂ ਕਿ 2 ਸਾਲਾ ਕੋਰਸ ਹੈ, ਸਿੱਖ ਫੁਲਵਾੜੀ ਸਾਡਾ ਮੈਗਜ਼ੀਨ ਹੈ, ਉਹਨਾਂ ਨੂੰ ਵੀ ਆਪਾਂ ਉਹਨਾਂ ਦੇ ਮੈਂਬਰ ਬਣਨਾ ਹੈ, ਬਾਕੀਆਂ ਨੂੰ ਬਣਾਉਣਾ ਹੈ। ਔਰ ਇਸ ਜਿਹੜਾ ਪ੍ਰੋਗਰਾਮ ਚੱਲ ਰਿਹਾ ਇਹਦੇ 'ਚ ਵੀ ਸਾਰਿਆਂ ਨੇ ਹਿੱਸਾ ਪਾਉਣਾ। ਮੈਂ ਕਈ ਵੀਰਾਂ ਭੈਣਾਂ ਨੂੰ ਈਮੇਲ ਰਾਹੀਂ ਜਾਂ WhatsApp ਰਾਹੀਂ ਵੀ ਬੇਨਤੀ ਕਰ ਚੁੱਕਾ ਕਿ ਕਿਰਪਾ ਕਰਕੇ ਜ਼ਰੂਰ ਆਪੋ ਆਪਣੇ ਵਿਚਾਰ ਲਿਆ ਕੇ ਤੁਸੀਂ ਵੀ ਕੋਈ ਵਿਸ਼ਾ ਤਿਆਰ ਕਰੋ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਪਾਰਟਿਸਪੇਸ਼ਨ ਜਿਹੜੀ ਉਹ ਹੋਵੇ। ਤਾਂ ਉਮੀਦ ਹੈ ਆਪ ਇਹ ਮੇਰੀਆਂ ਬੇਨਤੀਆਂ ਜਿਹੜੀਆਂ ਨੇ ਇਹ ਪ੍ਰਵਾਨ ਕਰੋਗੇ।